ਅੰਮ੍ਰਿਤਪਾਲ ਦੇ ਨਾਲ ਜਿਹੜੇ ਹੁਣ ਮੁੰਡੇ ਲੱਗੇ ਨੇ ਸਾਰੇ ਉਹ ਨੇ ਜਿਹੜੇ 95 96 ਚ ਪੈਦਾ ਹੋਏ ਨੇ, ਜਿਨ੍ਹਾਂ ਨੂੰ ਪੰਜਾਬ ਦੀ ਹਿਸਟਰੀ ਦਾ ਨਹੀਂ ਪਤਾ, ਪੰਜਾਬ ਦੇ ਬਰਤਾਂਤ ਦਾ ਨਹੀਂ ਪਤਾ, ਪੰਜਾਬ ਦੇ ਦੁਖਾਂਤ ਦਾ ਨਹੀਂ ਪਤਾ। ਉਹ ਲੋਕ ਨੇ ਜਿਹੜੇ ਇੱਕ ਐਵੇਂ ਖਾਲਿਸਤਾਨ ਔਰ ਸਿੱਖ ਕੌਮ ਦਾ ਅੰਮ੍ਰਿਤਪਾਲ ਲੀਡਰ ਨਹੀਂ ਹੈਗਾ। ਕਿ ਅੰਮ੍ਰਿਤਪਾਲ ਸਿੰਘ ਨੇ ਜੋ ਬਿਆਨ ਦਿੱਤਾ ਕਿ ਮੈਂ ਤਾਂ ਇੰਡੀਅਨ ਸਿਟੀਜ਼ਨ ਹੀ ਨਹੀਂ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇਹਨਾਂ ਨੂੰ ਪਾਕਿਸਤਾਨ ਤੋਂ ਫੰਡਿੰਗ ਹੁੰਦੀ ਹੈ। ਫਿਰ ਦੇ ਅੰਮ੍ਰਿਤਪਾਲ ਸਿੰਘ ਨੂੰ ਦੁਬਈ ਤੋਂ ਆਏ ਨੇ, ਦੁਬਈ 'ਚ ਰਹਿ ਕੇ ਉਹ ਖਾਲਿਸਤਾਨ ਬਣਾ ਲੈਣਾ ਚਾਹੀਦਾ ਸੀ। 10ਵੀਂ ਦਾ ਸਰਟੀਫਿਕੇਟ, ਆਧਾਰ ਕਾਰਡ, ਪੈਨ ਕਾਰਡ ਸਾਰੇ ਪਾੜ ਕੇ ਸੁੱਟ ਦੇਣੇ ਚਾਹੀਦੇ ਨੇ। ਜਿਹੜੀ ਉਹਨਾਂ ਦੀ ਜ਼ਮੀਨ ਆ ਉਹਨਾਂ ਦੇ ਪੁਰਖਿਆਂ ਦੇ ਜਾਂ ਇਹਨਾਂ ਦੇ ਨਾਮ ਤੇ, ਉਹ ਵੀ ਇੰਡੀਅਨ ਕਾਨੂੰਨ ਦੇ ਤਹਿਤ ਆ। ਮਤਲਬ ਇਹੋ ਜਿਹੇ ਡਰਾਮੇ ਸਿਮਰਜੀਤ ਸਿੰਘ ਮਾਨ ਵੀ ਕਰਦੇ ਰਹੇ ਨੇ। ਮੈਂ ਐਮਪੀ ਤੇ ਬਣਨਾ, ਇਹ ਸਹੁੰ ਨਹੀਂ ਚੁੱਕਣੀ, ਮੈਂ ਚੈਂਬਰ 'ਚ ਜਾ ਕੇ ਚੁੱਕੂੰਗਾ ਸਹੁੰ ਜੀ। ਇਹ ਜਿਹੀਆਂ ਦੁਕਾਨਾਂ ਨੇ ਪਹਿਲਾਂ ਵੀ ਪੰਜਾਬ ਨੂੰ ਬਰਬਾਦ ਕੀਤਾ। ਪਰ ਖਾਲਿਸਤਾਨ ਬਣਾਓਗੇ ਕੀ? ਤੁਹਾਡੀ 2 ਘੰਟੇ 2.5 ਘੰਟੇ ਦੀ ਸਰਹੱਦ ਹੈਗੀ ਆ, ਤੁਹਾਡੇ ਕੋਲ ਹੈ ਕੀ ਸਵਾਏ ਪਾਣੀਆਂ ਦੇ ਹੈਗੀ ਆ। ਅਸੀਂ ਤੇ ਨੌਜਵਾਨੀ ਕਿਰਾਏ ਪਈ ਆ, ਉਹਨੂੰ ਸਿੱਧੇ ਰਾਹ ਪਾਉਣਾ ਹੈ, ਹੋਰ ਸਾਡਾ ਮਕਸਦ ਹੀ ਕੋਈ ਨਹੀਂ ਆ। ਥਾਣੇ ਜਾ ਕੇ ਘੇਰੋਗੇ ਤੁਸੀਂ, ਹਥਿਆਰ ਚੁਕਾਓਗੇ ਤੁਸੀਂ, AK-47 ਰੱਖੋਗੇ, ਗੜਾਸੇ ਰੱਖੋਗੇ, ਕਿਰਪਾਨਾਂ ਰੱਖੋਗੇ, ਲੋਕਾਂ ਦੇ ਧੀਆਂ ਪੁੱਤ ਮਰਵਾਓਗੇ। ਵਰਲਡ ਦੇ ਵਿੱਚ ਇੱਕ ਨਾਮ ਬਣਾ ਰਹੇ ਨੇ ਭਾਈ ਰਵੀ ਸਿੰਘ ਹੁਣੀ ਖਾਲਸਾ ਏਡ ਵਾਲੇ, ਪੂਰੀ ਦੁਨੀਆ ਪੂਜਦੀ ਆ। ਤੁਹਾਡੀ ਅਜਨਾਲੇ ਦੀ ਘਟਨਾ ਨੇ ਪੂਰੇ ਦੁਨੀਆ 'ਚ ਵਸਦਾ ਸਿੱਖ, ਉਹਨੂੰ ਤੁਸੀਂ ਟੈਰੋਰਿਸਟ ਬਣਾ ਕੇ ਰੱਖ ਦਿੱਤਾ ਹੈਗਾ। ਮੁੱਖ ਮੰਤਰੀ ਭਗਵੰਤ ਮਾਨ ਦੇ ਆਏ ਬਿਆਨ, ਪਹਿਲਾਂ ਤੋਂ ਬੋਲੇ ਕੁਛ ਨਹੀਂ 6 ਮਹੀਨੇ, ਜਦੋਂ ਹੁਣ ਬੋਲਣ ਲੱਗੇ ਆ ਤੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸਾਰੇ ਪਾਕਿਸਤਾਨ ਦੀ ਫੰਡਿੰਗ ਤੇ ਚੱਲ ਰਹੇ ਨੇ। ਪਾਕਿਸਤਾਨ ਫੰਡਿੰਗ ਕਰ ਰਹੇ ਨੇ ਅੰਮ੍ਰਿਤਪਾਲ ਸਿੰਘ ਨੂੰ, ਤੇ ਫਿਰ ਅਰੈਸਟ ਕਰ ਲੈਣ। ਅਸੀਂ ਪਾਕਿਸਤਾਨ ਕੋ ਕੀ ਲੈਣਾ? ਹਿੰਦੁਸਤਾਨੀਆਂ ਨੇ ਪਾਕਿਸਤਾਨ ਕੋ ਕੀ ਲੈਣਾ? ਹਿੰਦੁਸਤਾਨ ਨੇ ਜਾ ਕੇ ਪਾਕਿਸਤਾਨ ਰਹਿਣਾ। ਸਾਨੂੰ ਤਾਂ ਸਾਡਾ ਹਿੰਦੁਸਤਾਨ ਪਿਆਰਾ, ਅਸੀਂ ਇੱਥੇ ਰਹਿਣਾ ਹੈ ਨਾ। ਇਮੀਡੀਏਟ ਅਰੈਸਟ ਕਰਨੀ ਚਾਹੀਦੀ ਹੈ ਤੁਹਾਡੇ ਕੋਲ ਐਜ ਏ ਹੋਮ ਮਿਨਿਸਟਰ। ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਭ ਦਾ ਸਵਾਗਤ। ਮੈਂ ਹਾਂ ਸੰਦੀਪ ਲਾਧੂਕਾ। ਗੱਲ ਕਰਾਂਗੇ ਭਖਤ ਦੇ ਮਸਲੇ ਦੇ ਉੱਤੇ। ਮੁੱਖ ਮੰਤਰੀ ਭਗਵੰਤ ਮਾਨ ਨੇ ਅਜਿਹਾ ਬਿਆਨ ਅੰਮ੍ਰਿਤਪਾਲ ਸਿੰਘ ਬਾਰੇ ਕੀ ਦਿੱਤਾ ਤੇ ਅੰਮ੍ਰਿਤਪਾਲ ਸਿੰਘ ਨੇ ਜੋ ਬਿਆਨ ਦਿੱਤਾ ਕਿ ਮੈਂ ਤਾਂ ਇੰਡੀਅਨ ਸਿਟੀਜ਼ਨ ਹੀ ਨਹੀਂ, ਜੇਕਰ ਭਾਰਤੀ ਨਾਗਰਿਕ ਨਹੀਂ ਤਾਂ ਉਹ ਪਾਸਪੋਰਟ ਨੂੰ ਇੱਕ ਸਿਰਫ ਆਉਣ ਜਾਣ ਦੇ ਲਈ, ਟਰੈਵਲ ਕਰਨ ਦੇ ਲਈ ਇੱਕ ਦਸਤਾਵੇਜ਼ ਮੰਨਦਾ ਹੈ। ਇਸ ਦੇ ਮਾਇਨੇ ਕੀ ਨੇ? ਇਹ ਸਾਰੀਆਂ ਗੱਲਾਂ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇਹਨਾਂ ਨੂੰ ਪਾਕਿਸਤਾਨ ਤੋਂ ਫੰਡਿੰਗ ਹੁੰਦੀ ਹੈ। ਇਸ ਦੇ ਮਾਇਨੇ ਕੀ ਨੇ? ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਨੇ, ਉਹਨਾਂ ਨਾਲ ਅਸੀਂ ਇਹ ਗੱਲਬਾਤ ਕਰਾਂਗੇ ਕਿ ਕਿਹੜੇ ਬਿਆਨ ਕਿਸ ਪਾਸੇ ਜਾਂਦੇ ਨੇ। ਭੁੱਲਰ ਸਾਹਿਬ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੰਮ੍ਰਿਤਪਾਲ ਸਿੰਘ ਦੇ ਬਿਆਨ ਬਾਰੇ। ਇੱਕ ਦਿੱਤੇ ਇੰਟਰਵਿਊ 'ਚ ਇੱਕ ਗੱਲ ਕਹਿਣਾ ਕਿ ਮੈਂ ਤੇ ਭਾਰਤੀ ਨਾਗਰਿਕ ਹੀ ਨਹੀਂ, ਮੇਰੇ ਕੋਲ ਜਿਹੜਾ ਪਾਸਪੋਰਟ ਹੈ ਸਿਰਫ ਯਾਤਰਾ ਕਰਨ ਲਈ ਹੈ, ਦਸਤਾਵੇਜ਼। ਇਸ ਦਾ ਕੀ ਮਤਲਬ ਸਮਝਿਆ ਜਾਵੇ? ਫਿਰ ਦੇ ਅੰਮ੍ਰਿਤਪਾਲ ਸਿੰਘ ਨੂੰ ਦੁਬਈ ਤੋਂ ਆਏ ਨੇ, ਦੁਬਈ 'ਚ ਰਹਿ ਕੇ ਉਹ ਖਾਲਿਸਤਾਨ ਬਣਾ ਲੈਣਾ ਚਾਹੀਦਾ ਸੀ, ਜਾਂ ਫਿਰ ਉੱਥੇ ਨਹੀਂ ਖਾਲਿਸਤਾਨ ਬਣਾ ਸਕਦੇ, ਇੱਥੇ ਉਹਦਾ ਜਨਮ ਆਧਾਰ ਕਾਰਡ, ਡੇਟ ਆਫ ਬਰਥ ਸਰਟੀਫਿਕੇਟ, ਜਿਹੜੀ ਉਹਨਾਂ ਨੇ ਜਲੰਧਰ ਦੇ ਕੇ ਕੌਲੀ ਤੋਂ ਪੋਲੀਟੈਕਨਿਕ ਕਰਨੀ ਛੱਡਤੀ ਸੀ, ਉਹ ਸਰਟੀਫਿਕੇਟ, 10ਵੀਂ ਦਾ ਸਰਟੀਫਿਕੇਟ, ਆਧਾਰ ਕਾਰਡ, ਪੈਨ ਕਾਰਡ ਸਾਰੇ ਪਾੜ ਕੇ ਸੁੱਟ ਦੇਣੇ ਚਾਹੀਦੇ ਨੇ। ਕੀ ਲੋੜ ਹੈਗੀ ਆ? ਜਿਹੜਾ ਪਿੱਛੇ ਜੇ ਗ੍ਰਹਿਸਥੀ ਜੀਵਨ ਦੇ ਵਿੱਚ ਉਹਨਾਂ ਨੇ ਪ੍ਰਵੇਸ਼ ਕੀਤਾ ਹੈਗਾ, ਆਨੰਦ ਮੈਰਿਜ ਐਕਟ ਦੇ ਤਹਿਤ ਆਪਣੀ ਰਜਿਸਟ੍ਰੇਸ਼ਨ ਕਰਵਾਉਣਗੇ, ਉਹ ਵੀ ਲੋੜ ਨਹੀਂ ਹੈਗੀ, ਉਹਨਾਂ ਨੂੰ ਤਾਂ ਕੋਈ ਲੋੜ ਨਹੀਂ ਹੈਗੀ। ਪਿੰਡ ਜਿਹੜਾ ਉਹਨਾਂ ਦੇ ਹੈ, ਪਿੰਡ ਦੀ ਮਰਦਮ ਜਿਹੜਾ ਹੈਗਾ ਲਾਲ ਲਕੀਰ 'ਚ ਘਰ, ਲਾਲ ਡੋਰੇ 'ਚ ਉਹਨਾਂ ਦਾ ਘਰ, ਜਿੰਨਾ ਵੀ ਹੈਗਾ, ਜਿਹੜੀ ਉਹਨਾਂ ਦੀ ਜ਼ਮੀਨ ਆ ਉਹਨਾਂ ਦੇ ਪੁਰਖਿਆਂ ਦੇ ਜਾਂ ਇਹਨਾਂ ਦੇ ਨਾਮ ਤੇ, ਉਹ ਵੀ ਇੰਡੀਅਨ ਕਾਨੂੰਨ ਦੇ ਤਹਿਤ ਆ। ਮਤਲਬ ਇਹੋ ਜਿਹੇ ਡਰਾਮੇ ਸਿਮਰਜੀਤ ਸਿੰਘ ਮਾਨ ਵੀ ਕਰਦੇ ਰਹੇ ਨੇ ਕਿ ਮੈਂ ਐਮਪੀ ਤੇ ਬਣਨਾ ਹੈ ਨਾ, ਫਿਰ ਸਹੁੰ ਨਹੀਂ ਚੁੱਕਣੀ, ਮੈਂ ਚੈਂਬਰ 'ਚ ਜਾ ਕੇ ਚੁੱਕੂੰਗਾ ਸਹੁੰ ਜੀ, ਕਿ ਮੈਂ ਸਾਰੀ ਦੁਨੀਆ ਨੂੰ ਪਤਾ ਲੱਗ ਜੂਗਾ ਕਿ ਫਿਰ ਮੈਂ ਉੱਥੇ ਸੰਵਿਧਾਨ ਦੀ ਸਹੁੰ ਚੁੱਕੀ ਹੈਗੀ ਆ, ਮੈਂ ਕਿਰਪਾਨ ਪਾ ਕੇ ਨਹੀਂ ਜਾਣੀ ਹੈਗੀ ਜੀ, ਫਿਰ ਕਿਰਪਾਨ ਪਾ ਕੇ ਵੀ ਗਏ ਨਾ। ਇਹ ਪੋਲੀਟੀਕਲ ਡਰਾਮੇ ਨੇ ਸਾਰਾ ਕੁਛ। ਆਪਣੀਆਂ ਦੁਕਾਨਾਂ, ਅਜਿਹੀਆਂ ਦੁਕਾਨਾਂ ਨੇ ਪਹਿਲਾਂ ਵੀ ਪੰਜਾਬ ਨੂੰ ਬਰਬਾਦ ਕੀਤਾ, ਔਰ ਇਹਨਾਂ ਨੂੰ ਕਲੀਅਰ ਕੱਟ ਕਹਿ ਦੇਣਾ ਚਾਹੀਦਾ ਕਿ ਖਾਲਿਸਤਾਨ ਦਾ ਮਤਲਬ ਕੀ ਆ, ਖਾਲਿਸਤਾਨ ਦਾ ਮਤਲਬ, ਔਰ ਖਾਲਿਸਤਾਨ ਬਣਾਓਗੇ ਕੀ? ਠੀਕ ਹੈ, ਤੁਹਾਡੀ 2 ਘੰਟੇ 2.5 ਘੰਟੇ ਦੀ ਸਰਹੱਦ ਹੈਗੀ ਆ, ਤੁਹਾਡੇ ਕੋਲ ਹੈ ਕੀ ਸਵਾਏ ਪਾਣੀਆਂ ਦੇ ਹੈਗੀ ਆ। ਪਰ ਅੰਮ੍ਰਿਤਪਾਲ ਸਿੰਘ ਨੇ ਇੱਕ ਦਾਅਵਾ ਇਹ ਵੀ ਕੀਤਾ ਸੀ ਸ਼ੁਰੂ 'ਚ, ਜਦੋਂ ਸਵਾਲ ਹੋਣ ਲੱਗੇ ਗਤੀਵਿਧੀਆਂ ਦੇ ਉੱਤੇ, ਕਹਿੰਦੇ ਸਾਡਾ ਮਕਸਦ ਹੀ ਨਹੀਂ ਆ ਵੋਟਾਂ ਦੀ ਰਾਜਨੀਤੀ 'ਚ ਜਾਣਾ, ਅਸੀਂ ਸਿਆਸਤ ਕਰਨੀ ਆਏ, ਅਸੀਂ ਤੇ ਨੌਜਵਾਨੀ ਕਿਰਾਏ ਪਈ ਆ, ਉਹਨੂੰ ਸਿੱਧੇ ਰਾਹ ਪਾਉਣਾ, ਹੋਰ ਸਾਡਾ ਮਕਸਦ ਹੀ ਕੋਈ ਨਹੀਂ ਆ। ਤੇ ਕਿਰਾਏ ਇੱਦਾਂ ਪਵਾਓਗੇ, ਲੋਕ ਥਾਣੇ ਜਾ ਕੇ ਘੇਰੋਗੇ ਤੁਸੀਂ, ਹਥਿਆਰ ਚੁਕਾਓਗੇ ਤੁਸੀਂ, AK-47 ਰੱਖੋਗੇ, ਗੜਾਸੇ ਰੱਖੋਗੇ, ਕਿਰਪਾਨਾਂ ਰੱਖੋਗੇ, ਲੋਕਾਂ ਦੇ ਧੀਆਂ ਪੁੱਤ ਮਰਵਾਓਗੇ। ਕਿਰਾਏ ਤਾਂ ਤੁਸੀਂ ਪਾ ਰਹੇ ਹੋ। ਕੁੱਖਾਂ ਪਹਿਲਾਂ ਪੰਜਾਬ ਦੀਆਂ ਬਹੁਤ ਉਜੜੀਆਂ, ਪਹਿਲਾਂ ਸੁਹਾਗ ਉਜੜੇ ਨੇ, ਤੇ ਉਹ ਹੁਣ ਫਿਰ ਉਜਾੜੋਗੇ। ਪੰਜਾਬ ਹੱਸਦਾ ਖੇਡਦਾ ਹੈਗਾ। ਪੰਜਾਬ ਤੇ ਕੀ ਆ? ਪੰਜਾਬ ਇੰਨਾ ਸਰਦਾਰੀ ਆ, ਤੁਹਾਡੇ ਲੋਕਾਂ ਕਰਕੇ ਵਰਲਡ ਦੇ ਵਿੱਚ ਇੱਕ ਨਾਮ ਬਣਾ ਰਹੇ ਨੇ ਭਾਈ ਰਵੀ ਸਿੰਘ ਹੁਣੀ ਖਾਲਸਾ ਏਡ ਵਾਲੇ।
ਤੁਸੀਂ ਤਾਂ ਉਹਨਾਂ ਜਿਹੜਾ ਪੂਰੀ ਦੁਨੀਆ ਪੂਜਦੀ ਆ, ਪਿੱਛੇ ਜੋ ਉੱਥੋਂ ਦੇ ਪ੍ਰਾਈਮ ਮਿਨਿਸਟਰ ਉਹਨੂੰ ਜਾ ਕੇ ਮਿਲ ਰਹੇ, ਸਿੱਖਾਂ ਦਾ ਧੰਨਵਾਦ ਕਰ ਰਹੇ ਨੇ ਕਿ ਥੈਂਕਸ ਯਾਰ, ਤੁਸੀਂ ਸਾਡੇ ਭੁੱਖ ਭੁਚਾਲ ਆਇਆ, ਤੂਫਾਨ ਆਇਆ, ਤੁਸੀਂ ਸਾਡੇ ਲੋਕਾਂ ਨੂੰ ਰੋਟੀ ਖਵਾ ਰਹੇ ਹੋ। ਤੁਸੀਂ ਤਾਂ ਉਹ ਜਿਹੜੀ ਪੂਰੇ ਹਿੰਦੁਸਤਾਨ 'ਚ ਵਰਲਡ ਦੇ ਵਿੱਚ ਸਿੱਖਾਂ ਦੀ ਇੰਨੀ ਕਦਰ ਕੀਤੀ ਜਾ ਰਹੀ ਹੈ, ਤੁਸੀਂ ਤਾਂ ਉਸ 'ਤੇ ਮਿੱਟੀ ਪਲੀਤ ਕਰ ਰਹੇ। ਤੁਹਾਡੀ ਅਜਨਾਲੇ ਦੀ ਘਟਨਾ ਨੇ ਪੂਰੇ ਦੁਨੀਆ 'ਚ ਵੱਸਦਾ ਸਿੱਖ ਉਹਨੂੰ ਤੁਸੀਂ ਟੈਰੋਰਿਸਟ ਬਣਾ ਕੇ ਰੱਖ ਦਿੱਤਾ ਹੈਗਾ। ਅਜਿਹੇ ਪਹਿਲਾਂ ਵੀ ਆਏ ਨੇ, ਕੌਣ ਯਾਦ ਕਰਦਾ ਹੈਗਾ? ਠੀਕ ਹੈ, ਇੱਕ ਦਿਨ ਯਾਦ ਕਰ ਲਿਆ ਹੈਗਾ, ਪਰ ਤੁਹਾਨੂੰ ਚਾਹੀਦਾ ਹੈਗਾ ਸਾਡੇ ਕੋਲ ਕਿ ਪੂਰੇ ਯਾਰ ਵਰਲਡ ਦੇ ਵਿੱਚ ਪ੍ਰਾਈਮ ਮਿਨਿਸਟਰ ਬਣ ਰਹੇ, ਚੀਫ ਮਿਨਿਸਟਰ ਬਣ ਰਹੇ, MLA ਬਣ ਰਹੇ, MP ਬਣ ਰਹੇ ਨੇ, ਯੁਗਾਂਡਾ ਵਰਗੇ ਦੇਸ਼ ਦੇ ਵਿੱਚ ਵੀ MP ਬਣ ਚੁੱਕੇ ਹੈਗੇ ਨੇ। ਤੇ ਕੀ ਯਾਰ ਹੋਰ ਕੀ ਚਾਹੀਦਾ ਹੈਗਾ? ਤੇ ਮੈਨੂੰ ਲੱਗਦਾ ਕਿ ਨਿਆਣੀਆਂ ਗੱਲਾਂ ਨੇ, ਜਦੋਂ ਨਿਆਣੀਆਂ ਗੱਲਾਂ ਨੇ ਤੇ ਸਿਆਣੀਆਂ ਖੇਡਾਂ ਖੇਡਣ ਦੀ ਕੋਸ਼ਿਸ਼ ਕਰਦੇ ਨੇ, ਉਦੋਂ ਪੰਜਾਬ ਨੂੰ ਅੱਗ ਲੱਗੂਗੀ। ਤੇ ਲੋਕ ਰਲ ਮਿਲ ਕੇ, ਜੇ ਆਪਾਂ 78 ਵਾਲਾ ਵਾਕਿਆ ਜਾਂ ਪੰਜਾਬ 'ਚ ਖਾੜਕੂਵਾਦ ਦਾ ਦੌਰ ਕਰੀਏ, ਉਦੋਂ ਵੀ ਕਾਂਗਰਸ ਜ਼ਿੰਮੇਵਾਰ, BJP ਜ਼ਿੰਮੇਵਾਰ, ਅਕਾਲੀ ਦਲ ਉਦੋਂ ਵੀ ਬੈਠੇ ਰਹੇ ਨੇ ਵੀ ਉਹਦਾ ਨੁਕਸਾਨ ਹੋਊਗਾ, ਉਹਦੀ ਵੋਟ ਬੈਂਕ ਖਰਾਬ ਹੋਊਗੀ, ਉਹਦੀ ਹੋਊਗੀ। ਉਦੋਂ ਉਸ ਭੁੱਖੀ ਸਿਆਸੀ ਕਹਿ ਸਕਦੇ ਧਿਰ ਬਣਨ ਵਾਸਤੇ ਜਾਂ ਸੱਤਾ ਦੀ ਖਾਤਰ ਪੰਜਾਬ ਨੂੰ ਤੁਸੀਂ ਅੱਗ 'ਚ ਸੁੱਟਿਆ ਗਿਆ। ਉਹਦੀਆਂ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਹੁਣ ਜਿਹੜੀ ਸਮੇਂ ਦੀ ਹਕੂਮਤ ਹੈ, ਜਦ ਸੂਬੇ ਦੀ ਸਿੱਧੇ ਗੱਲ ਕਰੀਏ, ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ 'ਚ ਸਾਰੇ ਜਾਣਦੇ ਆ। ਮੁੱਖ ਮੰਤਰੀ ਭਗਵੰਤ ਮਾਨ ਦੇ ਆਏ ਬਿਆਨ, ਪਹਿਲਾਂ ਤਾਂ ਬੋਲੇ ਕੁਛ ਨਹੀਂ 6 ਮਹੀਨੇ, ਜਦੋਂ ਹੁਣ ਬੋਲਣ ਲੱਗੇ ਆ ਤੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸਾਰੇ ਪਾਕਿਸਤਾਨ ਦੀ ਫੰਡਿੰਗ ਤੇ ਚੱਲ ਰਹੇ ਨੇ, ਔਰ ਇਹ ਨਹੀਂ ਕਿ ਜ਼ਮੀਨ ਤੇ ਵੀ ਕਬਜ਼ਾ ਕੱਲ ਨੂੰ ਕਰਕੇ ਕਹੋਗੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਨੇ ਸਾਡੇ, ਇਸ ਕਰਕੇ ਪੁਲਿਸ ਇੱਥੇ ਅਲਾਉਡ ਨਹੀਂ। ਇਸ ਤਰ੍ਹਾਂ ਦੇ ਬਿਆਨ ਆ ਰਹੇ ਨੇ, ਇਸ ਨੂੰ ਕਿਵੇਂ ਸਮਝਿਆ ਜਾਵੇ? ਜੇ ਭਗਵੰਤ ਮਾਨ ਨੂੰ ਪਤਾ ਲੱਗ ਗਿਆ ਹੈਗਾ ਕਿ ਪਾਕਿਸਤਾਨ ਫੰਡਿੰਗ ਕਰ ਰਹੇ ਨੇ ਅੰਮ੍ਰਿਤਪਾਲ ਸਿੰਘ ਨੂੰ, ਤਾਂ ਫਿਰ ਅਰੈਸਟ ਕਰ ਲੈਣ। ਕੋਈ ਨਾ ਕੋਈ ਤੁਹਾਡੇ ਕੋਲ ਇੰਟੈਲੀਜੈਂਸ ਕਾਹਦੀ ਹੈਗੀ ਆ? ਪੰਜਾਬ 'ਚ ਕਈ ਤਰ੍ਹਾਂ ਦੀ ਇੰਟੈਲੀਜੈਂਸ ਆ, ਮਿਲਟਰੀ ਇੰਟੈਲੀਜੈਂਸ ਆ, IBI ਸੈਂਟਰ ਦੀ ਇੰਟੈਲੀਜੈਂਸ ਆ, ਸਟੇਟ ਦੀ ਇੰਟੈਲੀਜੈਂਸ ਆ, ਤਾਂ ਫਿਰ ਕਰੋ ਅਰੈਸਟ। ਮਤਲਬ ਤੁਸੀਂ ਪੋਲੀਟੀਕਲ ਡਰਾਮਾ ਕਰ ਰਹੇ ਹੋ, ਸਟੇਟਮੈਂਟਾਂ ਦੇ ਰਹੇ ਨੇ, ਵਜ਼ਨ ਹੋਣਾ ਚਾਹੀਦਾ। ਤੁਸੀਂ ਤਾਂ ਇਹ ਵੀ ਕਿਹਾ ਸੀ ਕਿ ਉਹ ਫੜਿਆ ਗਿਆ ਹੈਗਾ ਵਾ, ਗੋਲਡੀ ਬਰਾੜ ਫੜਿਆ ਗਿਆ ਹੈਗਾ ਜੀ, ਤੁਹਾਡੀ ਤਾਂ ਉੱਥੋਂ ਦੀ ਗੌਰਮੈਂਟ ਦੇ ਨਾਲ ਵੀ ਗੱਲ ਹੋ ਗਈ ਸੀ ਨਾ। ਇਹ ਨਹੀਂ ਆ, ਇੱਕ ਤੁਸੀਂ ਮੁੱਖ ਮੰਤਰੀ ਆ, ਸਟੇਟਮੈਂਟ ਉਹ ਦੇਣੀ ਚਾਹੀਦੀ ਆ। ਤੁਸੀਂ ਸਟੇਟਮੈਂਟ ਪੰਜਾਬ ਨੂੰ ਖੁਸ਼ ਕਰਨ ਵਾਸਤੇ ਕਰ ਰਹੇ ਹੋ ਜਾਂ BJP ਨੂੰ ਖੁਸ਼ ਕਰਨ ਵਾਸਤੇ ਕਰ ਰਹੇ ਹੋ ਕਿ ਪਾਕਿਸਤਾਨ ਨੂੰ ਟਾਰਗੇਟ ਕਰੋ? ਕਿਉਂਕਿ BJP ਦਾ ਵੀ ਪੂਰਾ ਜ਼ੋਰ ਲੱਗਾ ਹੁੰਦਾ ਪਾਕਿਸਤਾਨ। ਅਸੀਂ ਪਾਕਿਸਤਾਨ ਕੋ ਕੀ ਲੈਣਾ, ਹਿੰਦੁਸਤਾਨੀਆਂ ਨੇ ਪਾਕਿਸਤਾਨ ਕੋ ਹੀ ਲੈਣਾ। ਹਿੰਦੁਸਤਾਨ ਨੇ ਜਾ ਕੇ ਪਾਕਿਸਤਾਨ ਰਹਿਣਾ, ਸਾਨੂੰ ਤਾਂ ਸਾਡਾ ਹਿੰਦੁਸਤਾਨ ਪਿਆਰਾ, ਅਸੀਂ ਇੱਥੇ ਰਹਿਣਾ ਹੈ ਨਾ। ਤੇ ਇਸ ਕਰਕੇ ਪੋਲੀਟੀਕਲ ਸਟੇਟਮੈਂਟ ਆ ਭਗਵੰਤ ਮਾਨ ਸਾਹਿਬ ਦੀ। ਔਰ ਜੇ ਤੁਸੀਂ ਵਾਕਈ ਇਸ ਸਟੇਟਮੈਂਟ ਨੂੰ ਲੈ ਕੇ ਗੰਭੀਰ ਹੋ, ਪੰਜਾਬ ਨੂੰ ਲੈ ਕੇ ਸਿਰ ਦੋ, ਤੁਹਾਡੀ ਸੰਵੇਦਨਾ ਜਾਂ ਤੁਸੀਂ ਸੰਵੇਦਨਸ਼ੀਲ ਹੋ, ਤੇ ਇਮੀਡੀਏਟ ਅਰੈਸਟ ਕਰਨੀ ਚਾਹੀਦੀ ਹੈ। ਤੁਹਾਡੇ ਕੋਲ ਐਜ ਏ ਹੋਮ ਮਿਨਿਸਟਰ ਔਰ ਚੀਫ ਮਿਨਿਸਟਰ ਨੂੰ ਤਾਂ 5-5 ਮਿੰਟ ਬਾਅਦ ਇੰਟੈਲੀਜੈਂਸ ਦਾ ਚੀਫ ਜਾਂ ਜਿਹੜੇ ਇੱਥੇ ਸੈਂਟਰ ਦੀ IB ਦਾ ਹੈੱਡਕੁਆਟਰ, ਉੱਥੋਂ ਦੇ ਆਫੀਸਰ ਤੁਹਾਨੂੰ ਦੱਸਦੇ ਨੇ, ਤੇ ਫਿਰ ਅਰੈਸਟ ਕਰੋ ਨਾ। ਜੇ ਪਾਕਿਸਤਾਨ ਤੋਂ ਫੰਡਿੰਗ ਆ ਰਹੀ ਹੈ ਤਾਂ ਅਰੈਸਟ ਕਰੋ। ਪਰ ਇਹ ਨਹੀਂ ਹੈ ਕਿ ਹੁਣ ਤੁਸੀਂ ਫੋਕੀ ਸਟੇਟਮੈਂਟ ਦੇ ਦਿੱਤੀ ਹੈਗੀ ਆ ਸੈਂਟਰ ਨੂੰ ਖੁਸ਼ ਕਰਨ ਵਾਸਤੇ, ਉਹ ਨਹੀਂ ਗੱਲ। ਜੇ ਤੁਸੀਂ ਸੈਂਟਰ ਨੂੰ ਖੁਸ਼ ਕਰਨ ਵਾਸਤੇ ਲੱਗੇ ਹੋ ਤੇ ਪੰਜਾਬ ਨੂੰ ਅੱਜ ਵੀ ਅੱਗ ਲੱਗੂਗੀ, ਕੱਲ੍ਹ ਵੀ ਲੱਗੂਗੀ। ਔਰ ਫਿਰ ਜਿਵੇਂ ਪਿਛਲਿਆਂ ਨੂੰ ਲੋਕੀ ਕਾਲੇ ਕਾਰਨਾਮਿਆਂ ਕਰਕੇ ਯਾਦ ਕਰਦੇ ਨੇ ਕਿ ਇਹਨਾਂ ਲੋਕਾਂ ਕਰਕੇ ਪੰਜਾਬ ਬਰਬਾਦ ਹੋਇਆ, ਭਗਵੰਤ ਮਾਨ ਸਾਹਿਬ ਆਪਣਾ ਨਾਮ ਉਹਦੇ ਸੂਚੀ 'ਚ ਨਾ ਲਿਖਵਾ ਲੈਣ, ਫਿਰ ਲੋਕ ਮਾਫ ਨਹੀਂ ਕਰਦੇ ਹੈਗੇ। ਤੇ ਇਸ ਕਰਕੇ ਇਹ ਗੰਭੀਰ ਮਸਲਾ ਹੈਗਾ, ਬੜਾ ਸੰਵੇਦਨਸ਼ੀਲ ਹੈ, ਨਾਜ਼ੁਕ ਮਸਲਾ, ਉਹਨੂੰ ਸਹੀ ਤਰ੍ਹਾਂ ਟੈਕਲ ਕਰਨਾ ਚਾਹੀਦਾ। ਇਹ ਨਹੀਂ ਹੈ ਕਿ ਇੱਕ ਸਟੇਟਮੈਂਟ ਦੇ ਦਿੱਤੀ ਕਿ ਪਾਕਿਸਤਾਨ ਤੋਂ ਫੰਡਿੰਗ ਆ ਰਹੀ ਹੈ। ਜੇ ਪਾਕਿਸਤਾਨ ਤੋਂ ਫੰਡਿੰਗ ਆ ਰਹੀ ਆ ਤੇ ਫਿਰ ਗੁਜਰਾਤ ਦੇ ਜਾਂ UP ਦੇ ਮੁੱਖ ਮੰਤਰੀ ਨੇ ਅਰੈਸਟ ਨਹੀਂ ਕਰਨਾ ਹੈਗਾ। ਤੁਹਾਡੀ ਵੀ ਜ਼ਿੰਮੇਵਾਰੀ ਹੈ, ਕਿਉਂਕਿ ਤੁਹਾਡੇ ਸਟੇਟ ਦੇ ਵਿੱਚ ਹੋ ਰਿਹਾ ਵਾ। ਤੁਸੀਂ ਕਹਿੰਦੇ ਨਾ ਉਹਨਾਂ ਕਰਕੇ ਦੁਕਾਨਾਂ ਚੱਲਦੀਆਂ, ਤੇ ਫਿਰ ਜਾ ਕੇ ਹਰਿਆਣੇ ਦੇ ਜਾਂ ਹਿਮਾਚਲ ਦੇ ਮੁੱਖ ਮੰਤਰੀ ਨੇ ਨਹੀਂ ਫੜਨਾ ਹੈਗਾ, ਫਿਰ ਤੁਸੀਂ ਫੜੋ। ਫਿਰ ਸਟੇਟਮੈਂਟ ਕਾਹਦੀ ਹੈਗੀ ਆ? ਜੇ ਮੁੱਖ ਮੰਤਰੀ ਨੂੰ ਵੀ ਸਟੇਟਮੈਂਟ ਦੇਣੀ ਪੈ ਰਹੀ ਆ, ਫਿਰ ਮਤਲਬ ਹੈਗਾ ਕਿ ਤੁਸੀਂ ਕਿਸੇ ਹੋਰ ਦੇ ਇਸ਼ਾਰਿਆਂ ਤੇ ਬੋਲ ਰਹੇ ਹੋ ਤੇ ਐਕਸ਼ਨ ਕਰੋਗੇ। ਤੇ ਇਸ ਕਰਕੇ ਅਜਿਹੀਆਂ ਟਿੱਪਣੀਆਂ ਤੋਂ ਗਰੇਜ਼ ਕਰਨਾ ਚਾਹੀਦਾ। ਔਰ ਪੰਜਾਬ ਨੂੰ ਕਿਵੇਂ ਤੁਸੀਂ ਸੇਫ ਰੱਖਣਾ ਹੈਗਾ, ਉਹਦੇ ਵੱਲ ਧਿਆਨ ਦੇਣ ਦੀ ਲੋੜ ਆ ਕਿ ਪੰਜਾਬ ਨੂੰ ਫਿਰ ਕਿਤੇ ਅੱਗ ਲਾਉਣ ਦੀ ਕੋਸ਼ਿਸ਼ ਨਹੀਂ ਹੋ ਰਹੀ। ਔਰ ਇਹ ਵੀ ਲੱਗਦਾ ਕਿ 24 ਦੀਆਂ ਜਿਹੜੀਆਂ ਇਸ ਵਾਰ ਇਲੈਕਸ਼ਨ ਹੈਗੀਆਂ ਨੇ, ਹਿੰਦੁਸਤਾਨ ਨੂੰ ਕਿਵੇਂ ਜਿੱਤਣਾ ਹੈਗਾ। ਕਦੀ ਤੁਸੀਂ ਮੁਸਲਮਾਨਾਂ ਨੂੰ ਟਾਰਗੇਟ ਕਰਕੇ ਇਲੈਕਸ਼ਨ ਜਿੱਤਦੇ ਹੋ, ਔਰ ਇਸ ਵਾਰ ਜਿਵੇਂ ਗਰਾਊਂਡ ਬਣਾਈ ਜਾ ਰਹੀ ਹੈ ਅਜਨਾਲਾ ਕਾਂਡ ਤੋਂ ਕਈ ਅਖਬਾਰਾਂ ਜਿਹੜੀਆਂ, ਚਾਹੇ ਟ੍ਰਿਬਿਊਨ ਦੀਆਂ ਲਗਾ ਲਓ ਪੂਰਾ ਪੇਜ, ਇੰਡੀਅਨ ਐਕਸਪ੍ਰੈਸ, ਦੂਜਾ ਪ੍ਰਿੰਟ, ਜਿਹੜੇ ਦੁਨੀਆ ਭਰ ਦੇ ਚੈਨਲ ਪੰਜਾਬ ਨੂੰ ਬਦਨਾਮ ਕਰ ਚੁੱਕੇ ਹੈਗੇ ਨੇ ਕਿ ਇੱਕ ਟੈਰਰ ਸਟੇਟ ਬਣ ਚੁੱਕਾ ਹੈ। ਉਹ ਤੁਹਾਡੀ ਜ਼ਿੰਮੇਵਾਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਆ ਕਿ ਜਿਹੜਾ ਨੈਸ਼ਨਲ ਮੀਡੀਆ ਜਾਂ ਪੰਜਾਬ ਦਾ ਮੀਡੀਆ ਇੱਕ ਪੇਜ ਅਖਬਾਰਾਂ 'ਚ ਛਪ ਰਹੇ ਨੇ ਉਹਦੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ, ਇਟ ਮੀਨ ਹੈ ਕਿ ਤੁਹਾਡੀ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ ਸਿੱਖਾਂ ਨੂੰ ਬਦਨਾਮ ਕਰਕੇ।
24 ਦੀ ਇਲੈਕਸ਼ਨ ਜਿੱਤਣ ਦੀ ਕੋਸ਼ਿਸ਼ ਹੋ ਰਹੀ ਹੈ। ਤੁਸੀਂ ਉਹਦੇ 'ਚ ਆਪਣੀ ਸ਼ਮੂਲੀਅਤ ਦਰਜ ਕਰਵਾ ਰਹੇ ਹੋ ਔਰ ਨੈਸ਼ਨਲ ਮੀਡੀਆ ਜਿਹਦੀ ਵੀ ਸਰਕਾਰ ਹੋਵੇ, ਚਾਹੇ ਉੱਥੇ ਕਿਸੇ ਏ ਪਾਰਟੀ ਦੀ ਸਰਕਾਰ ਹੈ ਜਾਂ ਬੀ ਪਾਰਟੀ ਦੀ ਸਰਕਾਰ ਆ, ਉਹਨਾਂ ਨੇ ਉਹਨਾਂ ਖੇਡਾਂ ਖੇਡਣੀਆਂ ਸ਼ੁਰੂ ਕਰ ਦਿੱਤੀਆਂ। ਪੰਜਾਬ ਨੇ ਕਿਵੇਂ ਬਚਣਾ ਹੈਗਾ ਵਾ, ਇਹ ਅੰਮ੍ਰਿਤਪਾਲ ਦੀ ਵੀ ਜ਼ਿੰਮੇਵਾਰੀ ਹੈਗੀ ਕਿ ਪੰਜਾਬ ਨੂੰ ਅੱਗ ਲਾਉਣ ਦੇ ਵਿੱਚ ਤੁਹਾਡੀ ਕਿੰਨੀ ਕੀ ਯੋਗਦਾਨ ਆ। ਤੁਸੀਂ ਪੰਜਾਬ ਨੂੰ ਬਚਾਉਣਾ ਜਾਂ ਅੱਗ ਨੂੰ ਲਾਉਣਾ ਵਾ, ਜਾਂ ਪੰਜਾਬ ਨੂੰ ਅੱਗ ਲਾਉਣੀ ਆ। ਉਹਨਾਂ ਰੋਲ ਭਗਵੰਤ ਮਾਨ ਦੇ ਸਾਰੀਆਂ ਪਾਰਟੀਆਂ ਦੇ ਰੋਲ ਆ ਕਿ ਆਖਿਰ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈਗਾ। ਤੇ ਜੇ ਤੁਸੀਂ ਵਾਕਈ ਬਤੌਰ ਸੀਐਮ 3 ਕਰੋੜ ਪੰਜਾਬੀਆਂ ਦੇ ਮਾਈ ਬਾਪ ਹੋ, ਤੇ ਫਿਰ ਜੇ ਤੁਹਾਡੇ ਕੋਲ ਇਹ ਹੈ ਇਨਫੋਰਮੇਸ਼ਨ ਬੀਇੰਗ ਏ ਚੀਫ ਮਿਨਿਸਟਰ ਆਫ ਪੰਜਾਬ, ਤੇ ਫਿਰ ਤੁਹਾਨੂੰ ਇਮੀਡੀਏਟ ਅਰੈਸਟ ਕਰਨਾ ਚਾਹੀਦਾ ਹੈਗਾ। ਫਿਰ ਕੋਈ ਲੋੜ ਨਹੀਂ ਆ, ਫਿਰ ਤਾਂ ਕੋਈ ਕਾਨੂੰਨ ਦੀ ਲੋੜ ਨਹੀਂ ਆ। ਰਿਕਾਰਡ ਦਿਖਾਓ ਪੰਜਾਬ ਦੀ ਜਨਤਾ ਨੂੰ, ਦੇਖੋ ਅੰਮ੍ਰਿਤਪਾਲ ਨੂੰ ਜੀ ਫੰਡਿੰਗ ਹੋ ਰਹੀ ਆ। ਇਹ ਨਹੀਂ ਹਵਾ 'ਚ ਗੱਲ ਨਹੀਂ, ਹਵਾ 'ਚ ਗੱਲ ਤੁਸੀਂ ਕਾਂਗਰਸ ਪਾਰਟੀ ਨੂੰ ਬੋਲ ਸਕਦੇ ਹੈਗੇ ਕਿ ਉਹ ਚੋਰ ਨੇ ਜਾਂ ਅਕਾਲੀ ਦਲ ਵਾਲੇ ਬੇਈਮਾਨ ਜਾਂ ਪੰਜਾਬ ਨੂੰ ਲੁੱਟ ਕੇ ਖਾ ਗਏ। ਇਹ ਪੋਲੀਟੀਕਲ ਸਟੇਟਮੈਂਟ ਆ, ਪਰ ਇਹ ਪੋਲੀਟੀਕਲ ਸਟੇਟਮੈਂਟ ਨਹੀਂ ਹੈਗਾ। ਇਹ ਪੰਜਾਬ ਦੇ 3 ਕਰੋੜ ਪੰਜਾਬੀਆਂ ਦਾ ਸਵਾਲ ਆ, ਉਹਨਾਂ ਦੀ ਜਾਨ ਮਾਲ ਦੀ ਜ਼ਿੰਮੇਵਾਰੀ ਆ। ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਘਟਨਾਕ੍ਰਮ ਵਾਪਰੇ ਜਾਂ ਖਾਸ ਤੌਰ ਤੇ ਅਜਨਾਲਾ ਕਾਂਡ ਨੂੰ ਦੇਖਿਆ ਜਾਵੇ, ਚਰਚਾਵਾਂ ਲੋਕਾਂ 'ਚ ਵੀ ਹੋ ਰਹੀਆਂ ਕਿ ਅਸੀਂ ਤੇ ਚਾਹੁੰਦੇ ਨਹੀਂ ਇਸ ਤਰ੍ਹਾਂ ਦਾ ਕੁਝ ਹੋਵੇ। ਕੁਝ ਲੋਕ ਇਹ ਨੇ ਡਿਫੈਂਸ ਕਰੀ ਜਾ ਰਹੇ ਨੇ ਕਿ ਕੁਝ ਵੀ ਅਜਿਹਾ ਨਹੀਂ ਹੋਇਆ ਜਿੰਨਾ ਵਿਖਾਇਆ ਜਾ ਰਿਹਾ। ਪਰ ਇੱਕ ਗੱਲ ਇਹ ਵੀ ਚੱਲ ਰਹੀ ਹੈ ਕਿ ਜਿਹੜੇ ਗੁਰੂਆਂ ਨੇ, ਜਿਨ੍ਹਾਂ ਤੋਂ ਅਸੀਂ ਸੇਧ ਲੈਂਦੇ ਹਾਂ, ਗੁਰਬਾਣੀ ਨੇ, ਜਿਨ੍ਹਾਂ ਨੇ ਫਿਰ ਕੇ ਤੁਰ ਕੇ ਬਾਕੀ ਧਰਮਾਂ ਦੀ ਰੱਖਿਆ ਕੀਤੀ, ਹਿੰਦੁਸਤਾਨ ਦੇ ਵੱਡੇ ਹਿੱਸੇ ਨੂੰ ਬਚਾਇਆ, ਹੁਣ ਉਸੇ ਹੀ ਅੱਖ ਨਾਲ ਉਸੇ ਪੰਜਾਬ ਨੂੰ ਉਵੇਂ ਦੇਖਿਆ ਜਾ ਰਿਹਾ ਕਿ ਜਿਵੇਂ ਪੰਜਾਬ ਪਤਾ ਨਹੀਂ ਕੀ ਖਤਰਨਾਕ ਪੈਦਾ ਕਰ ਦੇਗਾ ਸਥਿਤੀ ਹਿੰਦੁਸਤਾਨ ਦੇ ਲਈ। ਇਸ ਨੂੰ ਨਰੇਟਿਵ ਨੂੰ ਸਿਰਜਣ ਦੇ ਵਿੱਚ ਕਿਹੜੇ ਯੋਗਦਾਨ ਪਾ ਰਹੇ ਨੇ ਜਾਂ ਕਿਉਂ ਸਿਰਜਿਆ ਜਾ ਰਿਹਾ? ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਵੀ ਇਹ ਸਿੱਖੀ ਫਲਸਫੇ ਦੇ, ਸਿੱਖੀ ਸਿਧਾਂਤਾਂ ਦੇ ਜਾਂ ਗੁਰੂ ਸਬਾਨਾਂ ਦੀਆਂ ਜਿਹੜੀਆਂ ਉਪਦੇਸ਼ ਨੇ, ਉਹਨਾਂ ਦੇ ਜਿਹੜੇ ਰਾਹ 'ਤੇ ਹਟ ਕੇ ਚੱਲਣ ਦੀ ਕੋਸ਼ਿਸ਼ ਕਰਦੇ ਨਾ, ਉਹ ਸਿੱਖ ਨਹੀਂ ਹੋ ਸਕਦੇ, ਉਹ ਪੰਜਾਬੀ ਨਹੀਂ ਹੋ ਸਕਦੇ। ਗੁਰੂ ਸਬਾਨਾਂ ਨੇ ਤੇ ਮਾਨਵਤਾ ਦੀ ਖਾਤਰ, ਕੌਮ ਦੀ ਖਾਤਰ, ਧਰਮ ਦੀ ਖਾਤਰ ਸੀਸ ਕਟਵਾਏ ਨੇ, ਸਰਬੰਸ ਸਵਾਰਿਆ। ਅੱਜ ਜੇ ਹਿੰਦੁਸਤਾਨ ਬਚਿਆ, ਅਸੀਂ ਨਹੀਂ ਕਹਿ ਰਹੇ ਹੈਗੇ, ਇਹ ਤਾਂ ਬਹੁਤ ਸਾਰੇ ਰਾਈਟਰਾਂ ਨੇ ਕਿਹਾ, ਹਿਸਟੋਰੀਅਨ ਨੇ ਕਿਹਾ ਹੈਗਾ, ਹਿੰਦੂ ਧਰਮ ਦੇ ਵਿਦਵਾਨਾਂ ਨੇ ਕਿਹਾ, ਮੁਸਲਮਾਨ ਭਾਈਚਾਰੇ ਦੇ ਵੱਡੇ ਲੋਕਾਂ ਨੇ ਕਿਹਾ ਹੈ ਨਾ ਕਿ ਜੇ ਹਿੰਦੂ ਧਰਮ ਬਚਿਆ ਉਹ ਗੁਰੂ ਸਬਾਨਾਂ ਕਰਕੇ ਬਚਿਆ ਹੈਗਾ। ਤੇ ਫਿਰ ਅਸੀਂ ਗੁਰੂ ਸਬਾਨਾਂ ਤੋਂ ਵੱਡੇ ਤਾਂ ਹੈ ਨਹੀਂ ਹਨ। ਤੇ ਮੈਨੂੰ ਲੱਗਦਾ ਇਹ ਉਹ ਲੋਕ ਨੇ ਜਿਹੜੇ ਗੁਰੂ ਸਾਹਿਬਾਨਾਂ ਦੇ ਫਲਸਫੇ ਦਾ ਵਿਰੋਧ 'ਚ ਜਾ ਕੇ ਕੰਮ ਕਰ ਰਹੇ ਹੈਗੇ ਨੇ। ਤੇ ਅਸੀਂ ਤਾਂ ਇੱਥੇ ਸਰਬੱਤ ਦੇ ਭਲੇ ਦੀ ਮੰਗ ਕਰਦੇ ਹੈਗੇ। ਤੁਸੀਂ ਕਹਿੰਦੇ ਸਰਬੱਤ ਦੇ ਭਲੇ ਦੀ ਅਸੀਂ ਮੰਗ ਨਹੀਂ ਕਰਨੀ ਹੈਗੀ ਨਾ, ਸਾਨੂੰ ਨਹੀਂ ਚਾਹੀਦਾ। ਸਾਨੂੰ ਤਾਂ ਆਪਣਾ ਚਾਹੀਦਾ ਵੀ ਖਾਲਿਸਤਾਨ ਬਣ ਜੇ। ਖਾਲਿਸਤਾਨ ਕੀ ਹੈ? ਹਿੰਦੁਸਤਾਨ ਸਾਡਾ, ਹਿੰਦੁਸਤਾਨ ਸਾਡੇ ਕਰਕੇ ਸੇਫ ਆ। ਜੇ ਪਾਕਿਸਤਾਨ ਨੇ ਹਮਲੇ ਕੀਤੇ ਹੈਗੇ, ਪੰਜਾਬੀਆਂ ਦੇ ਛਾਤੀਆਂ 'ਤੇ ਗੋਲੀਆਂ ਵੱਜੀਆਂ ਨੇ, ਪੰਜਾਬੀ ਹਿੱਕ ਠਾਣ ਕੇ ਖਲੋਂਦੇ ਹੈਗੇ ਨਾ ਜੀ। ਤੇ ਇਸ ਕਰਕੇ ਇਹ ਲੋਕ, ਮੈਨੂੰ ਲੱਗਦਾ ਕਿ ਸਾਰੀਆਂ ਦੁਕਾਨਾਂ ਨੇ। ਔਰ ਭਗਵੰਤ ਮਾਨ ਸਾਹਿਬ ਦਾ ਜਿੱਥੋਂ ਤੱਕ ਸਵਾਲ ਹੈ, ਜੇ ਉਹਨਾਂ ਕਿਹਾ ਕਿ ਪਾਕਿਸਤਾਨ ਫੰਡਿੰਗ ਹੋ ਰਹੀ ਹੈ, ਇਸ ਕਰਕੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ। ਇਹਨੂੰ ਹੋਰ ਕਿਸੇ ਨੇ ਤਾਂ ਫੜਨਾ ਨਹੀਂ। ਤੁਸੀਂ ਐਡਾ ਵੱਡੀ ਸਟੇਟਮੈਂਟ ਦਿੱਤੀ ਹੈ, ਤੇ ਇੱਕ ਮੁੱਖ ਮੰਤਰੀ ਦੀ ਸਟੇਟਮੈਂਟ ਬਹੁਤ ਮਾਇਨੇ ਰੱਖਦੀ ਹੈ। ਤੁਹਾਡੀ ਓਡੀ ਵੱਡੀ ਜ਼ਿੰਮੇਵਾਰੀ ਹੈ। ਤੇ ਜੇ ਤੁਸੀਂ ਗੁਜਰਾਤ 'ਚ ਜਾ ਕੇ ਇੱਕ ਸਟੇਟਮੈਂਟ ਦੇ ਗੁਜਰਾਤ ਦੇ ਹਿੰਦੂਆਂ ਨੂੰ ਖੁਸ਼ ਕਰਕੇ ਤੁਸੀਂ ਪੂਰੇ ਬੀਜੇਪੀ ਦੀ ਬੋਲੀ ਬੋਲਣਾ ਚਾਹੁੰਦੇ ਤਾਂ ਬੋਲੀ ਜਾਓ। ਜੋ ਤੁਸੀਂ ਅੱਜ ਬੋਲਿਆ ਹੈਗਾ ਉਹ ਲਿਖਿਆ ਗਿਆ, ਉਹ ਇਤਿਹਾਸ ਦਾ ਇੱਕ ਹਿੱਸਾ ਬਣ ਗਿਆ। ਇਤਿਹਾਸ ਦੇ ਵਿੱਚ ਲਿਖਿਆ ਗਿਆ, ਤੁਹਾਡੇ ਬੋਲ ਲਾਈਨਾਂ ਲਿਖੀਆਂ ਗਈਆਂ। ਪਰ ਜ਼ਿੰਮੇਵਾਰੀ ਬਣਦੀ ਹੈ, ਗੁਜਰਾਤ ਦੇ ਤੁਸੀਂ ਸਟੇਟਮੈਂਟ ਦੇ ਦਿੱਤੀ ਹੈਗੀ, ਪਰ ਜ਼ਿੰਮੇਵਾਰੀ 3 ਕਰੋੜ ਪੰਜਾਬੀਆਂ ਦੀ ਤੁਹਾਨੂੰ ਗੁਜਰਾਤੀਆਂ ਨੇ ਤਾਂ ਜਿਤਾਇਆ ਨਹੀਂ। ਠੀਕ ਹੈ, ਤੁਹਾਨੂੰ ਤਾਂ ਪੰਜਾਬੀਆਂ ਨੇ ਜਿਤਾਇਆ ਹੈਗਾ। ਤੇ ਇਸ ਕਰਕੇ ਪੰਜਾਬੀਆਂ ਦਾ ਫਿਕਰ ਹੋਣਾ ਚਾਹੀਦਾ। ਜੇ ਪੰਜਾਬ ਚਿੰਤਾ ਦੇ ਵਿੱਚ ਡੁੱਬਦਾ ਹੈ ਤੇ ਦੇਸ਼ ਵੀ ਡੁੱਬਦਾ ਹੈਗਾ। ਇਸ ਕਰਕੇ ਜਿਹੜਾ ਮਸਲਾ ਹੈਗਾ ਉਹ ਨਾਜ਼ੁਕਾ। ਔਰ ਅਜਿਹੇ ਪਹਿਲਾਂ ਵੀ 78 ਤੋਂ ਲੈ ਕੇ ਜੇ ਪੰਜਾਬ ਨੇ 93 94 ਤੱਕ ਅੱਗ ਦੇ ਨਾਲ ਪੰਜਾਬ ਝੁਲਸਿਆ ਗਿਆ, ਉਦੋਂ ਵੀ ਇਹੋ ਜਿਹੀਆਂ, ਜਦੋਂ ਉਸ ਸਮੇਂ ਦੇ ਲੀਡਰ ਸੀ, ਆਪਣੀਆਂ ਕੁਰਸੀਆਂ ਬਚਾਉਣ ਦੇ ਖਾਤਰ, ਆਪਣੀਆਂ ਜਾਨਾਂ ਬਚਾਉਣ ਦੇ ਖਾਤਰ ਬਚਕਾਨੀਆਂ ਹਰਕਤਾਂ ਕਰਦੇ ਰਹੇ ਨੇ, ਜਿਸ ਕਰਕੇ ਪੰਜਾਬ ਦਾ ਨੁਕਸਾਨ ਹੋਇਆ। ਚਾਹੇ ਜਿੰਨੀਆਂ ਕਿਤਾਬਾਂ ਲਿਖੀਆਂ ਗਈਆਂ ਇਸ ਐਪੀਸੋਡ 'ਤੇ, ਉਹ ਸਾਰੀਆਂ ਪੜ੍ਹ ਲਓ। ਉਸ ਸਮੇਂ ਦੀ ਜਿਹੜੀ ਕਾਂਗਰਸ ਵੀ ਜ਼ਿੰਮੇਵਾਰ ਹੋਣੀ, ਅਕਾਲੀ ਦਲ ਦੀ ਲੀਡਰਸ਼ਿਪ ਵੀ ਆਪਣੇ ਆਪ ਨੂੰ ਮੁਨਕਰ ਨਹੀਂ ਕਰ ਸਕਦੀ। ਤੇ ਬਹੁਤ ਸਾਰੇ ਵੱਡੇ ਵਿਦਵਾਨਾਂ 'ਤੇ ਵੀ ਕਿਹਾ ਸੀ ਕਿ ਜਿਹੜਾ ਦਰਬਾਰ ਸਾਹਿਬ 'ਤੇ ਹਮਲਾ, ਉਹ ਇੰਦਰਾ ਗਾਂਧੀ ਦੀ ਜਿਹੜੀ ਇੱਕ ਵੱਡੀ ਗਲਤੀ ਸੀ, ਉਹ ਟਾਲੀ ਜਾ ਸਕਦੀ। ਤੇ ਇਸ ਕਰਕੇ ਅਜਿਹੀਆਂ ਹਰਕਤਾਂ, ਅਜਿਹੀਆਂ ਸਟੇਟਮੈਂਟਾਂ ਬਚਕਾਨੀਆਂ ਨਹੀਂ ਦੇਣੀਆਂ ਚਾਹੀਦੀਆਂ, ਜਿਸ ਨਾਲ ਪੰਜਾਬ ਦੁਬਾਰਾ ਝੁਲਸੂਗਾ। ਤੇ ਮੈਨੂੰ ਲੱਗਦਾ ਕਿ ਇਸ ਮਸਲੇ ਦੀ ਜਾਂਚ ਹੋਣੀ ਚਾਹੀਦੀ। ਔਰ ਮੈਨੂੰ ਇਹ ਲੱਗਦਾ ਕਿ ਖਾਲਿਸਤਾਨ ਵਾਲੇ ਮਸਲੇ 'ਚ ਨਾ ਸਿੱਖਾਂ ਨੂੰ ਇੱਕ ਅਜਿਹੀ ਖਾਲਿਸਤਾਨ ਦਾ ਮੁੱਦਾ ਬਣਾ ਕੇ ਉਸ ਚਾਬਕ ਦੇ ਨਾਲ ਕੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਦੀਆਂ ਤੋਂ। ਸਿੱਖ ਕੋਈ ਵੀ ਖਾਲਿਸਤਾਨ ਨਹੀਂ ਚਾਹੁੰਦਾ ਹੈਗਾ। ਵਾਰ-ਵਾਰ ਕਹਿ ਦਿੰਦੇ ਦਿੱਲੀ ਬੈਠੇ ਜਿਹੜਾ ਮੀਡੀਆ ਵਾ, ਜਿਹੜਾ ਉੱਥੇ ਜਿਹੜੀ ਇੰਡੀਅਨ ਐਸਟੈਬਲਿਸ਼ਮੈਂਟ ਬੈਠੀ ਹੈ, ਜਿਹੜੀ ਹਮੇਸ਼ਾ ਸਿੱਖਾਂ ਦੇ ਵਿਰੋਧ ਰਹੀ ਹੈ, ਚਾਹੇ ਉੱਥੇ ਕਾਂਗਰਸ ਰੂਲ ਕਰੇ ਚਾਹੇ ਬੀਜੇਪੀ ਰੂਲ ਕਰੇ, ਉਹਦੇ 'ਚ ਬਹੁਤ ਹੀ ਉਹ ਜਿਹੜਾ ਹਿੰਦੂ ਭਾਈਚਾਰਾ ਹੈਗਾ, ਜਿਹੜਾ ਹਮੇਸ਼ਾ ਸਿੱਖੀ ਦੇ ਜਾ ਕੇ ਅੰਗੇਸਟ ਉਹਨਾਂ ਨੇ ਕੰਮ ਕੀਤਾ ਹੈਗਾ।
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗੱਲ ਕਿ ਉਹਨਾਂ ਕਿਤੇ ਵੀ ਨਹੀਂ ਕਿਹਾ ਔਨ ਦੀ ਰਿਕਾਰਡ ਕਿ ਸਾਨੂੰ ਖਾਲਿਸਤਾਨ ਚਾਹੀਦਾ ਹੈਗਾ। ਉਹ ਤਾਂ ਕਿਤੇ ਵੀ ਨਹੀਂ ਹੈਗਾ। ਇੱਕ ਪੁਰਾਣੀ ਇੱਕ ਨਰੇਟਿਵ ਸਿਰਜਿਆ ਗਿਆ ਹੈਗਾ ਕਿ ਜਦੋਂ ਪਾਕਿਸਤਾਨ ਬਣਿਆ, ਹਿੰਦੁਸਤਾਨ ਆਜ਼ਾਦ ਹੋਇਆ, ਉਦੋਂ ਕਿਹਾ ਕਿ ਜੇ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ, ਹਿੰਦੂਆਂ ਨੂੰ ਭਾਰਤ ਮਿਲ ਗਿਆ ਤੇ ਸਿੱਖਾਂ ਦਾ ਵੀ ਇੱਕ ਇੱਕ ਬਫਰ ਸਟੇਟ ਹੋਣਾ ਚਾਹੀਦਾ ਹੈਗਾ। ਉਹ ਵਾਰ-ਵਾਰ ਜਦੋਂ ਵੀ ਇੱਦਾਂ ਦੇ ਜਿੱਦਾਂ ਹੁਣ ਦਿੱਲੀ ਦਾ ਰਟਿਆ ਰਟਾਏ ਤੋਤਾ ਮੀਡੀਆ ਆ ਰਿਹਾ ਹੈਗਾ, ਉਦੋਂ ਵੀ ਤੋਤਾ ਮੀਡੀਆ ਜਦੋਂ ਆਇਆ ਸੀ ਇੱਕੋ ਹੀ ਵਾਰ-ਵਾਰ ਇੱਕੋ ਸਵਾਲ ਹੁੰਦਾ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਤੁਸੀਂ ਖਾਲਿਸਤਾਨ ਦੀ ਮੰਗ ਕਰਦੇ। ਉਹਨਾਂ ਦਾ ਇੱਕੋ ਹੀ ਜਵਾਬ ਹੁੰਦਾ ਸੀ ਕਿ ਸਾਡੀ ਕੋਈ ਮੰਗ ਨਹੀਂ, ਜੇ ਕੋਈ ਦੇਸ਼ ਦੇ ਦੇ ਤੇ ਅਸੀਂ ਮਨਾ ਵੀ ਨਹੀਂ ਕਰਾਂਗੇ। ਉਹਨਾਂ ਕਦੀ ਖਾਲਿਸਤਾਨ ਦੇਸ਼ ਦੀਆਂ ਏਜੰਸੀਆਂ ਨੇ, ਪੰਜਾਬ ਪੁਲਿਸ ਨੇ ਇੱਕ ਘੜਾਇਆ ਸ਼ਬਦ ਆ ਖਾਲਿਸਤਾਨ। ਉਸ ਖਾਲਿਸਤਾਨ ਤੋਂ ਹੁਣ ਅੰਮ੍ਰਿਤਪਾਲ ਨੂੰ ਕੋਈ ਨਹੀਂ ਪਤਾ। ਅੰਮ੍ਰਿਤਪਾਲ ਦੇ ਨਾਲ ਜਿਹੜੇ ਹੁਣ ਮੁੰਡੇ ਲੱਗੇ ਨੇ, ਸਾਰੇ ਉਹ ਨੇ ਜਿਹੜੇ 95-96 ਚ ਪੈਦਾ ਹੋਏ ਨੇ, ਜਿਨ੍ਹਾਂ ਨੂੰ ਪੰਜਾਬ ਦੀ ਹਿਸਟਰੀ ਦਾ ਨਹੀਂ ਪਤਾ, ਪੰਜਾਬ ਦੇ ਬਰਤਾਂਤ ਦਾ ਨਹੀਂ ਪਤਾ, ਪੰਜਾਬ ਦੇ ਦੁਖਾਂਤ ਦਾ ਨਹੀਂ ਪਤਾ। ਠੀਕ ਹੈ, ਤਾਂ ਉਹ ਲੋਕ ਨੇ ਜਿਹੜੇ ਇੱਕ ਐਵੇਂ ਖਾਲਿਸਤਾਨ। ਔਰ ਸਿੱਖ ਕੌਮ ਦਾ ਅੰਮ੍ਰਿਤਪਾਲ ਲੀਡਰ ਨਹੀਂ ਹੈਗਾ, ਸਿੱਖ ਕੌਮ ਦਾ ਜਾਂ ਪੰਜਾਬੀ ਕੌਮ ਦਾ ਅੰਮ੍ਰਿਤਪਾਲ ਲੀਡਰ ਨਹੀਂ ਹੈ। ਬਸ ਇਹਨੂੰ ਡਰਾਇਆ, ਇਹਦੇ ਜ਼ਰੀਏ ਡਰਾਇਆ ਜਾ ਰਿਹਾ, ਹਿੰਦੂਆਂ ਨੂੰ ਡਰਾਇਆ ਜਾ ਰਿਹਾ, ਸਿੱਖਾਂ ਨੂੰ ਡਰਾਇਆ ਜਾ ਰਿਹਾ ਤੇ ਦੇਸ਼ ਨੂੰ ਡਰਾ ਕੇ ਫਿਰ ਸਰਕਾਰਾਂ ਬਣਾਉਣ ਦੀਆਂ ਗੱਲਾਂ ਹੋ ਰਹੀਆਂ। ਜੀ ਬਹੁਤ ਸ਼ੁਕਰੀਆ। ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ, ਘਟਨਾਵਾਂ ਵਾਪਰ ਰਹੀਆਂ ਨੇ, ਇਸ ਦੇ ਪਿੱਛੇ ਕਾਰਨ ਕੀ ਨੇ, ਕਿਸ ਦੇ ਇਸ਼ਾਰੇ ਤੇ ਹੋ ਰਿਹਾ ਜਾਂ ਆਪ ਮੁਹਾਰੇ ਹੋ ਰਿਹਾ, ਇਹ ਤੁਸੀਂ ਵੀ ਸਭ ਜਾਣਦੇ ਹੋ। ਤੁਹਾਡੀ ਕੀ ਰਾਏ ਹੈ, ਤੁਹਾਡੀ ਮਨ ਦੀ ਕੀ ਗੱਲ ਹੈ, ਤੁਸੀਂ ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਕਰ ਸਕਦੇ ਹੋ। ਜਿੱਥੋਂ ਤੱਕ ਰਹੀ ਗੱਲ ਮੁੱਖ ਮੰਤਰੀ ਦੇ ਬਿਆਨ ਦੀ, ਜੇਕਰ ਕਿਸੇ ਆਧਾਰ ਦੇ ਉੱਤੇ, ਇਨਪੁਟ ਦੇ ਆਧਾਰ ਤੇ ਗੱਲ ਕਹੀ ਗਈ ਹੈ ਤੇ ਫਿਰ ਸਾਬਤ ਵੀ ਕਰਨ ਔਰ ਐਕਸ਼ਨ ਵੀ ਕਾਨੂੰਨਨ ਤੌਰ ਦੇ ਉੱਤੇ ਜੋ ਬਣਦਾ ਉਹ ਲੈਣਾ ਚਾਹੀਦਾ ਹੈ। ਜੇ ਨਹੀਂ ਲੈਂਦੇ ਤਾਂ ਇਸ ਦਾ ਮਤਲਬ ਮੁੱਖ ਮੰਤਰੀ ਝੂਠ ਬੋਲ ਰਹੇ ਨੇ।